ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਮੌਜ ਮਹੱਲਾ ਪੰਜਵਾਂ ਘਰ ਤੀਜਾ। ਹਰ ਜਪ ਜਪੇ ਮਨ ਧੀਰੇ ਰਹਾਓ। ਸਿਮਰ ਸਿਮਰ ਕਰ ਦੇਓ ਮਿਟ ਗਏ ਭੈ ਦੂਰੇ। ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ। ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ। ਖਟ ਖਟ ਏਕ ਵਰਤਦਾ ਜਲ ਥਲ ਮਈਅਲ ਪੂਰੇ। ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ। ਸਭ ਛਠਾਈ ਖਸਮ ਆਪ ਹਰ ਜਪ ਭਈ ਠਰੂਰੇ। ਕਰਤੇ ਕੀਆ ਤਪਾਵ ਸੋ ਦੁਸ਼ਟ ਮੂਏ ਹੋਏ ਮੂਰੇ। ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ। ਕਰਤੇ ਕੀਆ ਤਪਾਵ ਸੋ ਦੁਸ਼ਟ ਮੂਏ ਹੋਏ ਮੂਰੇ। ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ। ਗੁਰੂ ਜੀ ਦੱਸਦੇ ਹਨ ਕਿ ਹਰੀ ਨੂੰ ਜਪ ਕਰਕੇ ਭਾਵ ਗੁਰਸ਼ਬਦ ਗੁਰਬਾਣੀ ਨਾਲ ਜੁੜ ਕੇ ਅਤੇ ਉਸ ਦੀ ਸਿੱਖ 'ਤੇ ਚੱਲ ਕੇ ਹਰ ਦੀ ਸੂਝ ਲੈ ਕੇ ਮਨ ਵਿੱਚ ਧੀਰਜ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਦੁਆਰਾ ਆਪਣੇ ਅੰਦਰ ਦੇ ਡਰ ਉਸ ਪਰਮੇਸ਼ਰ ਨੂੰ ਸਿਮਰ ਕੇ ਦੂਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਲਈ ਗੁਰਸ਼ਬਦ ਗੁਰਬਾਣੀ ਦੁਆਰਾ ਪਾਰ ਬ੍ਰਹਮ ਦੀ ਸ਼ਰਨ ਲੈ ਕੇ ਫਿਰ ਕਦੀ ਕੋਈ ਚੀਜ਼ ਮਨ ਨੂੰ ਨਹੀਂ ਸਤਾਉਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਦੁਆਰਾ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਣੇ ਜੀਵਨ ਦਾ ਮਨੋਰਥ ਪੂਰਾ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਉਸ ਘੱਟ ਘੱਟ ਅੰਦਰ ਰਹਿਣ ਵਾਲੇ ਅਤੇ ਜਲ ਥਲ ਵਿੱਚ ਰਹਿਣ ਵਾਲੇ ਨਾਲ ਆਪਣੀ ਸਾਂਝ ਪਾਉਣੀ ਚਾਹੀਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਗੁਰਸ਼ਬਦ ਗੁਰਬਾਣੀ ਗਿਆਨ ਦੁਆਰਾ ਸਾਰੇ ਪਾਪ ਦੂਰ ਹੋ ਜਾਂਦੇ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਗਿਆਨ ਦੇ ਸਾਰੇ ਗੁਣਾਂ ਨੂੰ ਧਾਰ ਕੇ ਸਾਰੇ ਦਵੈਤ ਭਾਵ ਦੂਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਗਿਆਨ ਕਰਕੇ ਸ਼ੀਤਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਪਰਮੇਸ਼ਰ ਦਾ ਨਿਯਮ ਹੈ ਕਿ ਮਨਮੁਖ ਆਤਮਿਕ ਤੌਰ 'ਤੇ ਮਰੇ ਹੋਏ ਹਨ, ਭਾਵ ਆਪਣੇ ਦਵੈਤ ਭਾਵਾਂ ਵਿੱਚ ਫਸੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਗੁਰਮੁਖ ਸਦਾ ਸਥਿਰ ਰਹਿਣ ਵਾਲਾ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਗਿਆਨ ਦੁਆਰਾ ਵਿੱਚ ਲੀਨ ਹੋ ਜਾਂਦਾ ਹੈ, ਭਾਵ ਉਸ ਨਾਲ ਆਪਣੀ ਲਿਵ ਜੋੜਦਾ ਹੈ, ਉਹ ਉਸ ਪਰਮੇਸ਼ਰ ਨੂੰ ਸਦਾ ਅੰਗ ਸੰਗ ਪ੍ਰਤੀਤ ਕਰਦੇ ਹਨ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਤਰ੍ਹਾਂ ਇਹ ਪੰਕਤੀ ਹੈ ਇਸ ਸ਼ਬਦ ਦੀ
ਕਰਤੇ ਕੀਆ ਪਾਪ ਸੋ, ਦੁਸ਼ਟ ਮੂਏ ਹੋਏ ਮੂਰੇ। ਕਰਤਾ ਪੁਰਖ ਨੇ ਇਹ ਚੰਗਾ ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਤਾਂ ਜਿਉਂਦੇ ਹਨ, ਪਰ ਆਤਮਕ ਮੌਤੇ ਮਰ ਜਾਂਦੇ ਹਨ। ਭਾਵ ਆਪਣੇ ਦਵੈਤ ਭਾਵਾਂ ਕਾਰਨ ਮਾਇਆਵੀ ਦੁਨੀਆ ਵਿੱਚ ਫਸੇ ਰਹਿੰਦੇ ਹਨ ਜੀ। ਅਤੇ ਕਰਤਾਰ ਪੁਰਖ ਨੇ ਇਹ ਚੰਗਾ ਨਿਆਂ ਕੀਤਾ ਹੈ ਕਿ ਇਹ ਮਨ ਕਿਸੇ ਉਕਤੀ ਜੁਕਤੀ ਨਾਲ ਧੀਰਜ ਨਹੀਂ ਫੜਦਾ। ਇਸ ਨੂੰ ਸਹਿਜ ਦੇ ਘਰ ਵਿੱਚ ਲਿਆਉਣ ਦਾ ਇੱਕੋ ਇੱਕ ਰਾਹ ਹੈ ਜੀ। ਜਾਪ ਸੋ ਅਜੱਪਾ ਜਾਪੇ। ਇਸ ਪੰਕਤੀ ਵਿੱਚ ਜਿਸ ਤਰ੍ਹਾਂ ਗੁਰੂ ਜੀ ਦੱਸਦੇ ਹਨ, ਨਾਮ ਦਾ ਜਾਪ, ਭਾਵ ਗੁਰਸ਼ਬਦ ਗੁਰਬਾਣੀ ਦੁਆਰਾ ਨਾਮ ਦਾ ਜਾਪ ਹਰ ਪ੍ਰਕਾਰ ਦੇ ਪਾਪ ਅਤੇ ਭੈ ਨੂੰ ਦੂਰ ਕਰ ਦਿੰਦਾ ਹੈ ਜੀ। ਰਾਮ ਨਾਮ ਦਾ ਵਿਵਹਾਰ ਕਰਨ ਨਾਲ ਮਨ ਦੇ ਤੌਖਲੇ ਤੇ ਝੂਰਨ ਆਦਿ ਸਭ ਮਿਟ ਜਾਂਦੇ ਹਨ ਜੀ। ਸਤਿਗੁਰ ਦੀ ਸੇਵਾ ਤੇ ਸਿਮਰਨ ਨਾਲ ਸਾਰੇ ਸਰੀਰਕ ਰੋਗ ਤੇ ਵਸੂਰੇ ਦੂਰ ਹੋ ਜਾਂਦੇ ਹਨ ਜੀ। ਜਿਹੜਾ ਸੇਵਕ ਗੁਰਮੁਖ ਗੁਰਸ਼ਬਦ ਗੁਰਬਾਣੀ ਸਤਿਗੁਰ ਦੇ ਵਿਚਾਰ ਵਿੱਚ ਟਿਕ ਜਾਂਦਾ ਹੈ, ਉਹ ਸਤਿਗੁਰ ਦੇ ਪ੍ਰਤੱਖ ਦੀਦਾਰੇ ਕਰ ਲੈਂਦਾ ਹੈ ਜੀ। ਗੁਰ ਪਰਮੇਸ਼ਰ ਦੀ ਸ਼ਰਨ ਨਾਲ ਧੀਰਜ ਦਾ ਅਜਿਹਾ ਧਾਮ ਉਸਰ ਜਾਂਦਾ ਹੈ, ਜਿਸ ਵਿੱਚ ਬੈਠ ਕੇ ਗੁਰਮੁਖ ਸਦੀਵੀ ਸੀਤਲਤਾ ਦਾ ਆਨੰਦ ਮਾਣ ਸਕਦੇ ਹਨ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਹਰ ਜਪ ਜਪੇ ਮਨ ਧੀਰੇ। ਦੀ ਸੇਧ ਵਾਲੀ ਅਭਿਲਾਸ਼ੀ ਦੀ ਅੰਤਮ ਸਥਿਤੀ ਇਹ ਬਣ ਜਾਂਦੀ ਹੈ ਜੀ। ਸਾਰੀ ਗੁਰਬਾਣੀ ਵਿੱਚ ਜਾਪ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਜੀ, ਪਰ ਜਪ ਦਾ ਭਾਵ ਨਿਰਾ ਮੂੰਹ ਨਾਲ ਰਟਨ ਨਾ ਕਰਨਾ ਨਹੀਂ, ਜਿਵੇਂ ਕਿ ਮਸ਼ੀਨ ਦੀ ਆਵਾਜ਼ ਲਗਾਤਾਰ ਰਹਿੰਦੀ ਹੈ। ਮਸ਼ੀਨ ਨਿਰਜੰਦ ਵਸਤੂ ਹੈ, ਜਦੋਂ ਕਿ ਜਪਣ ਵਾਲਾ ਨਾਮ ਮਨੁੱਖ ਸਜਿੰਦ ਹੈ ਜੀ। ਗੁਰਸ਼ਬਦ ਗੁਰਬਾਣੀ ਜਪਣ ਵਾਲੇ ਦਾ ਧਿਆਨ ਉਸ ਨਾਲ ਜੁੜਨਾ ਚਾਹੀਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਦੀ ਸੇਧ ਲੈ ਕੇ ਗੁਰਬਾਣੀ ਦੁਆਰਾ ਦੱਸੀ ਸਿੱਖ ਤੇ ਚੱਲ ਕੇ ਉਸ ਤਰ੍ਹਾਂ ਜ਼ਿੰਦਗੀ ਬਤੀਤ ਕਰਨੀ ਚਾਹੀਦਾ ਹੈ ਜੀ। ਫਿਰ ਉਹਨਾਂ ਦਾ ਧਿਆਨ ਜਪਣ ਵੱਲ ਜੁੜੇਗਾ, ਜਿਸ ਦੇ ਗੁਣਾਂ ਦਾ ਜਾਪ ਚੱਲ ਰਿਹਾ ਹੋਵੇ। ਜਾਪ ਕਰਨ ਸਮੇਂ ਮਨੁੱਖ ਦਾ ਮਨ ਮੁੜ ਜਪ ਵੱਲ ਜਾਵੇ, ਇੱਧਰ ਉੱਧਰ ਨਾ ਦੌੜੇ, ਭਾਵ ਉਖੜੇ ਨਾ। ਰਸਨਾ ਨਾਲ ਕੀਤਾ ਜਾਪ ਹੀ ਸਵਾਸਾਂ ਵਾਲਾ ਲਗਾਤਾਰੀ ਸਿਮਰਨ ਬਣ ਜਾਂਦਾ ਹੈ, ਪਰ ਅਭਿਆਸ ਪਕਾਉਣ ਦੀ ਬਹੁਤ ਲੋੜ ਹੈ। ਸੰਤ ਜਨ ਅਤੇ ਧਾਰਮਿਕ ਗ੍ਰੰਥ ਇਹੀ ਕਹਿੰਦੇ ਹਨ ਕਿ ਸੰਸਾਰ ਵਿੱਚ ਮੋਹ ਮਾਇਆ ਤੇ ਹੰਕਾਰ ਵਾਲਾ ਰਸਤਾ ਬੜਾ ਦੁਖਦਾਈ ਹੈ, ਪਰ ਸਾਨੂੰ ਗੁਰਬਾਣੀ ਗੁਰਸ਼ਬਦ ਦੁਆਰਾ ਚੱਲ ਕੇ ਆਪਣੀ
ਜ਼ਿੰਦਗੀ, ਆਪਣਾ ਜੀਵਨ ਉਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ ਜੀ। ਫਿਰ ਪਰਮਾਤਮਾ ਮਿਹਰ ਕਰਕੇ ਆਪਣੇ ਮੂਲ ਹਰੀ ਨਾਲ ਮਿਲਾ ਦਿੰਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।